ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 430 ਤੋਂ ਲੈ ਕੇ 431 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ। ਵਾਹਿਗੁਰੂ ਜੀ। ਆਸਾ ਮਹੱਲਾ ਤੀਜਾ। ਅਨ ਰਸ ਮਹਿ ਭੋਲਾਇਆ, ਬਿਨ ਨਾ ਮੈਂ ਦੁਖ ਪਾਏ। ਸਤਿਗੁਰ ਪੁਰਖ ਨ ਭੇਟਿਓ, ਜੇ ਸੱਚੀ ਬੂਝ ਬੁਝਾਏ। ਏ ਮਨ ਮੇਰੇ ਬਾਵਲੇ, ਹਰ ਰਸ ਚਖ ਸਾਧ ਪਾਏ। ਅਨ ਰਸ ਲਾਗਾ ਤੂੰ ਫਿਰੈ, ਬਿਰਥਾ ਜਨਮ ਗਵਾਏ। ਰਹਾਓ। ਹਾਂਜੀ ਸੰਗਤ ਜੀ, ਗੁਰੂ ਅਮਰਦਾਸ ਜੀ ਕਹਿੰਦੇ ਨੇ, ਜਦੋਂ ਤੱਕ ਜੀਵ ਕਹਿੰਦੇ ਸੰਸਾਰਕ ਰਸਾਂ ਕਸ਼ਾਂ ਦੇ ਵਿੱਚ ਕਹਿੰਦੇ ਗਲਤਾਨ ਆ, ਨਾਮ ਦੀ ਕਮਾਈ ਨਹੀਂ ਕਰਦਾ, ਬਹੁਤ ਦੁੱਖ ਪਾਉਂਦਾ ਹੈ। ਕਹਿੰਦੇ ਜਦੋਂ ਤੱਕ ਗੁਰੂ ਦੀ ਸ਼ਰਨ ਨਹੀਂ ਆਉਂਦਾ ਹੈਗਾ, ਉਦੋਂ ਤੱਕ ਉਹਨੂੰ ਜੀਵਨ ਦੀ ਅਸਲੀਅਤ ਕਿ ਇਹ ਸਭ ਕੁਝ ਝੂਠਾ ਹੈ, ਇਹ ਸਮਝ ਨਹੀਂ ਲੱਗਦੀ ਹੈਗੀ। ਕਹਿੰਦੇ ਹੇ ਮੇਰੇ ਮਨ, ਕਹਿੰਦੇ ਕਿਉਂ ਤੂੰ ਹੋਰ ਰਸਾਂ ਦੇ ਵਿੱਚ ਲੱਗਿਆ ਹੋਇਆ। ਕਹਿੰਦੇ ਹਰੀ ਦੇ ਨਾਮ ਦਾ ਰਸ ਚੱਖ ਤਾਂ ਤੈਨੂੰ ਪਤਾ ਲੱਗੂਗਾ ਕਿ ਅਸਲੀ ਸਵਾਦ ਕੀ ਹੈ ਜ਼ਿੰਦਗੀ ਦਾ। ਅਨ ਰਸ ਲਾਗਾ ਤੂੰ ਫਿਰੈ, ਬਿਰਥਾ ਜਨਮ ਗਵਾਏ। ਕਹਿੰਦੇ ਤੂੰ ਹੋਰ ਰਸਾਂ ਵਿੱਚ ਲੱਗਿਆ ਹੋਇਆ, ਨਾਮ ਰਸ ਨੂੰ ਛੱਡ ਕੇ, ਪਰਮਾਤਮਾ ਦੀ ਪ੍ਰੀਤ ਨੂੰ ਛੱਡ ਕੇ ਤੇ ਆਪਣਾ ਜਨਮ ਬਿਰਥਾ ਗਵਾ ਰਿਹਾ ਹੈ। ਇਸ ਯੁੱਗ ਮਹਿ ਗੁਰਮੁਖ ਨਿਰਮਲੇ, ਸਚ ਨਾਮ ਰਹੇ ਲਿਵ ਲਾਏ। ਵਿਣ ਕਰਮਾ ਕਿਛ ਪਾਈਐ ਨਹੀਂ, ਕਿਆ ਕਰ ਕਿਹਾ ਜਾਏ। ਕਹਿੰਦੇ ਇਸ ਵਕਤ ਕਹਿੰਦੇ ਜਿਹੜੇ ਗੁਰੂ ਦੇ ਸਨਮੁਖ ਹੁੰਦੇ ਨੇ, ਉਹੀ ਪਵਿੱਤਰ ਜੀਵਨ ਵਾਲੇ ਬਣਦੇ ਨੇ। ਉਹ ਸੱਚੇ ਨਾਮ ਦੇ ਵਿੱਚ ਲਿਵ ਲਾ ਕੇ ਰਹਿੰਦੇ ਨੇ। ਕਹਿੰਦੇ ਫਿਰ ਕਹਿੰਦੇ ਕੀ ਕਹਿ ਸਕਦੇ ਹਾਂ ਭਾਈ, ਕਹਿੰਦੇ ਬਿਨਾਂ ਕਰਮਾਂ ਤੋਂ ਸੱਚੇ ਦਾ ਨਾਮ ਮਿਲਦਾ ਨਹੀਂ ਗਾ। ਸੱਚੇ ਦੇ ਨਾਮ ਦੀ ਕਮਾਈ ਬਿਨਾਂ ਕਰਮਾਂ ਤੋਂ ਕੀਤੀ ਨਹੀਂ ਜਾ ਸਕਦੀ, ਉਹਦੀ ਬਖਸ਼ਿਸ਼ ਨਾਲ ਹੀ ਹੋ ਸਕਦੀ ਹੈ। ਆਪ ਪਛਾਣੈ ਸ਼ਬਦ ਮਰੈ, ਮਨਹੁ ਤਜ ਵਿਕਾਰ। ਗੁਰ ਸਰਨਾਈ ਭਜ ਪਏ, ਬਖਸ਼ੈ ਬਖਸ਼ਣਹਾਰ। ਫਿਰ ਕਹਿੰਦੇ ਭਾਈ ਚਾਰਾ ਹੈ, ਚਾਰਾ ਕੀ ਆ? ਗੁਰ ਸਰਨਾਈ ਭਜ ਪਏ, ਬਖਸ਼ੇ ਬਖਸ਼ਣਹਾਰ। ਕਹਿੰਦੇ ਗੁਰੂ ਦੀ ਸ਼ਰਨ ਪੈ, ਫਿਰ ਕਹਿੰਦੇ ਉਹ ਬਖਸ਼ਣਹਾਰ ਬਖਸ਼ ਲੈਂਦਾ। ਕਹਿੰਦੇ ਜਦੋਂ ਉਹ ਬਖਸ਼ ਲੈਂਦਾ, ਫਿਰ ਜੀਵ ਸ਼ਬਦ ਦੇ ਰਾਹੀਂ, ਗੁਰੂ ਦੇ ਰਾਹੀਂ ਆਪਾ ਪਛਾਣ ਲੈਂਦਾ ਤੇ ਉਹਦੇ ਮਨ ਦੇ ਵਿੱਚੋਂ ਵਿਕਾਰ ਖਤਮ ਹੋ ਜਾਂਦੇ ਨੇ। ਫਿਰ ਉਹ ਜੀਵਨ ਦੇ ਵਿੱਚ ਜੀਵਦਿਆਂ ਮੁਕਤ ਹੋ ਜਾਂਦਾ। ਉਹਦੀ ਕਹਿੰਦੇ ਵੀ ਮਰ ਕੇ ਮੁਕਤੀ ਕਿਹਨੇ ਪ੍ਰਾਪਤ ਕੀਤੀ ਆ? ਜੀਵਦਿਆਂ ਹੀ ਜਿਹਨੂੰ ਮੁਕਤੀ ਮਿਲ ਗਈ, ਵਿਕਾਰਾਂ ਤੋਂ, ਮਾਇਆ ਤੋਂ, ਮੋਹ ਤੋਂ, ਇਹ ਮੁਕਤੀ ਹੈ। ਵਾਹਿਗੁਰੂ ਜੀ, ਵਾਹਿਗੁਰੂ ਜੀ। ਬਿਨ ਨਾਵੈ ਸੁਖ ਨਾ ਪਾਈਐ, ਨਾ ਦੁੱਖ ਵਿੱਚੋਂ ਜਾਏ। ਇਹ ਜਗ ਮਾਇਆ ਮੋਹ ਵਿਆਪਿਆ, ਦੂਜੈ ਭਰਮ ਭੁਲਾਏ। ਕਹਿੰਦੇ ਭਾਈ ਉਸ ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾਂ ਨਾ ਤਾਂ ਦੁੱਖ ਖਤਮ ਹੁੰਦੇ ਨੇ, ਨਾ ਹੀ ਸੁੱਖ ਮਿਲਦਾ। ਤੇ ਜੀਵ ਨਾਮ ਦੀ ਕਮਾਈ ਤੋਂ ਬਿਨਾਂ ਜਗਤ ਦੀ ਜਿਹੜੀ ਮਾਇਆ, ਉਹਦੇ ਮੋਹ ਦੇ ਵਿੱਚ ਲੱਗਿਆ ਰਹਿੰਦਾ ਹੈ ਤੇ ਇਸ ਤਰ੍ਹਾਂ ਭਟਕਦਾ ਰਹਿੰਦਾ ਹੈ। ਦੁਹਾਗਣੀ ਫਿਰ ਕੀ ਸਾਰ ਨ ਜਾਣਹੀ, ਕਿਆ ਕਰ ਕਰੇ ਸਿਗਾਰ। ਅਨ ਦਿਨ ਸਦਾ ਜਲਦੀਆਂ ਫਿਰੈ, ਸੇਜੈ ਰਵੈ ਨਾ ਪਤਾਰ। ਫਿਰ ਕਹਿੰਦੇ ਜਿਹੜੇ ਮਾੜੇ ਭਾਗਾਂ ਵਾਲੇ ਨੇ, ਜਿਨ੍ਹਾਂ ਨੂੰ ਪਰਮੇਸ਼ਰ ਬਾਰੇ ਕੋਈ ਸੂਝ ਨਹੀਂ ਹੈਗੀ, ਕਹਿੰਦੇ ਕੀ ਫਿਰ ਉਹ ਝੂਠੇ ਸਿਗਾਰ ਕਰਦੇ ਨੇ ਸਰੀਰ ਦੇ ਜੀਵ ਇਸਤਰੀਆਂ। ਕਹਿੰਦੇ ਪਰਮਾਤਮਾ ਉਹਨਾਂ ਦੀ ਹਿਰਦੇ ਰੂਪੀ ਸੇਜ 'ਤੇ ਨਹੀਂ ਆਉਂਦਾ, ਫਿਰ ਉਹ ਹਮੇਸ਼ਾ ਦੁਖੀ ਰਹਿੰਦੇ ਨੇ ਉਹ ਜੀਵ। ਸੁਹਾਗਣੀ ਮਹਿਲ ਪਾਇਆ, ਵਿੱਚੋਂ ਆਪ ਗਵਾਏ। ਗੁਰ ਸਬਦੀ ਸਿਗਾਰੀਆ, ਆਪਣੇ ਸਹਲਈਆ ਮਿਲਾਏ। ਜਿਹੜੇ ਕਹਿੰਦੇ ਵੱਡੇ ਭਾਗਾਂ ਵਾਲੇ ਨੇ, ਉਹ ਆਪਾ ਭਾਵ ਮਾਰ ਲੈਂਦੇ ਨੇ,
ਪਰਮਾਤਮਾ ਦੇ ਚਰਨਾਂ ਦੀ ਪ੍ਰੀਤ ਉਹਨਾਂ ਨੂੰ ਮਿਲ ਜਾਂਦੀ ਆ। ਗੁਰੂ ਦੇ ਸ਼ਬਦ ਰਾਹੀਂ ਆਪਣਾ ਆਤਮਿਕ ਜੀਵਨ ਸਵਾਰ ਲੈਂਦੇ ਨੇ, ਫਿਰ ਪਰਮਾਤਮਾ ਉਹਨਾਂ ਨੂੰ ਆਪਣੇ ਨਾਲ ਮੇਲ ਲੈਂਦਾ ਹੈ। ਮਰਨਾ ਮਨੋ ਵਿਸਾਰਿਆ, ਮਾਇਆ ਮੋਹ ਗੁਬਾਰ, ਮਨ ਮੁਖ ਮਰ ਮਰ ਜੰਮੈ ਪੀ, ਮਰੈ ਜਮਦਰ ਹੋ ਖੁਆਰ। ਕਹਿੰਦੇ ਜਿਹੜੇ ਮਨਮੁਖ ਨੇ ਨਾ, ਮੁੜ ਮੁੜ ਕੇ ਉਹਨਾਂ ਦਾ ਜਨਮ ਹੁੰਦਾ, ਮੁੜ ਮੁੜ ਕੇ ਜਮਾਂ ਦੀ ਮਾਰ ਸਹਿਣੀ ਪੈਂਦੀ ਆ। ਕਿਉਂ? ਕਹਿੰਦੇ ਉਹਨਾਂ ਨੇ ਜੀਂਦੇ ਜੀ ਮਰਨਾ ਯਾਦ ਨਹੀਂ ਰੱਖਿਆ ਹੁੰਦਾ ਕਿ ਮੌਤ ਵੀ ਆਉਣੀ ਹੈ, ਪਰਮੇਸ਼ਰ ਦਾ ਨਾਮ ਵੀ ਜਪਣਾ ਹੈ। ਇਹ ਸਭ ਕੁਝ ਭੁੱਲ ਕੇ ਮਾਇਆ ਦੇ ਮੋਹ ਵਿੱਚ ਜ਼ਿੰਦਗੀ ਬਿਤਾਉਂਦੇ ਨੇ, ਫਿਰ ਅੰਤ ਨੂੰ ਦੁੱਖ ਪਾਉਂਦੇ ਨੇ। ਆਪ ਮਿਲਾਇਨ ਸੇ ਮਿਲੇ, ਗੁਰ ਸ਼ਬਦ ਵਿਚਾਰ, ਨਾਨਕ ਨਾਮ ਸਮਾਣੈ, ਮੁਖ ਉਜਲੇ ਤਿਤ ਸੱਚੈ ਦਰਬਾਰ। ਫਿਰ ਕਹਿੰਦੇ ਪਰਮੇਸ਼ਰ ਗੁਰੂ ਦੇ ਸ਼ਬਦ ਦੇ ਰਾਹੀਂ ਜਿਨ੍ਹਾਂ ਨੂੰ ਆਪਣੇ ਨਾਲ ਮਿਲਾਉਂਦਾ, ਉਹੀ ਮਿਲਦੇ ਨੇ ਪਰਮੇਸ਼ਰ ਦੇ ਨਾਲ। ਉਹ ਫਿਰ ਨਾਨਕ ਜੀ ਕਹਿੰਦੇ ਨੇ ਹਮੇਸ਼ਾ ਪਰਮੇਸ਼ਰ ਦੇ ਨਾਮ ਦੇ ਵਿੱਚ ਸਮਾਏ ਰਹਿੰਦੇ ਨੇ। ਉਹਨਾਂ ਦੇ ਮੁੱਖ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵੀ ਉਜਲੇ ਹੁੰਦੇ ਨੇ, ਉਹ ਰੋਸ਼ਨ ਮੁੱਖ ਜਾਂਦੇ ਨੇ ਉੱਥੇ। ਆਸਾ ਮਹੱਲਾ ਪੰਜਵਾਂ, ਅਸ਼ਟਪਦੀਆਂ, ਘਰ ਦੂਜਾ, ਇੱਕ ਓਂਕਾਰ, ਸਤਿਗੁਰ ਪ੍ਰਸਾਦ। ਪੰਚ ਮਨਾਏ ਪੰਚ ਰੁਸਾਏ, ਪੰਚ ਵਸਾਏ ਪੰਚ ਗਵਾਏ, ਇਨ ਬਿਦ ਨਗਰ ਵੁੱਠਾ ਮੇਰੇ ਪਾਈ, ਦੁਰਤ ਗਿਆ ਗੁਰ ਗਿਆਨ ਦਿਰੜਾਈ। ਰਹਾਓ। ਹਾਂਜੀ ਸੰਗਤ ਜੀ, ਪੰਚਮ ਪਾਤਸ਼ਾਹ ਕਹਿੰਦੇ ਨੇ ਜਿਸ ਜੀਵ ਨੇ ਕਹਿੰਦੇ ਆਪਣੇ 5 ਕਾਮਾਦਿਕ ਵੈਰੀ ਖਤਮ ਕਰ ਲਏ ਅਤੇ 5 ਜਿਹੜੇ ਮਿੱਤਰ ਨੇ ਉਹਨਾਂ ਨੂੰ ਆਪਣੇ ਹਿਰਦੇ ਘਰ ਵਿੱਚ ਵਸਾ ਲਿਆ। ਜਿਹੜੇ ਮਿੱਤਰ ਨੇ ਉਹ ਹੈਗੇ ਨੇ ਸਤ, ਸੰਤੋਖ, ਦਇਆ, ਧਰਮ, ਧੀਰਜ, ਅਤੇ ਜਿਹੜੇ ਵੈਰੀ ਨੇ ਉਹ ਹੈਗੇ ਨੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਕਹਿੰਦੇ ਜਦੋਂ ਗੁਰੂ ਨੇ ਜੀਵ ਨੂੰ ਗਿਆਨ ਦਿੱਤਾ ਪਰਮਾਤਮਾ ਦਾ, ਉਹਦੀ ਮਾੜੀ ਬੁੱਧ ਖਤਮ ਹੋ ਗਈ। ਉਹਨੇ ਜਿਹੜੇ 5 ਵੈਰੀ ਨੇ ਉਹਨਾਂ ਨੂੰ ਕਾਬੂ ਕਰ ਲਿਆ, ਜਿਹੜੇ 5 ਮਿੱਤਰ ਨੇ ਉਹਨਾਂ ਨੂੰ ਘਰ 'ਚ ਵਸਾ ਲਿਆ। ਇਸ ਤਰ੍ਹਾਂ ਫਿਰ ਕਹਿੰਦੇ ਉਹਦੇ ਸਰੀਰ ਰੂਪੀ ਘਰ ਦੇ ਵਿੱਚ ਪਰਮਾਤਮਾ ਆ ਵਸਿਆ। ਕਹਿੰਦੇ ਇਸ ਤਰ੍ਹਾਂ ਦਾ ਸਰੀਰ ਬਣਿਆ ਜਿੱਥੇ ਕਾਮਾਦਿਕ ਵੈਰੀ ਖਤਮ ਹੋ ਗਏ, 5 ਚੰਗੇ ਗੁਣ ਆ ਕੇ ਵਸ ਗਏ। ਸਾਚ ਧਰਮ ਕੀ ਕਰ ਦੀਨੀ ਵਾਰ, ਫਰਹੇ ਮੁਹਕਮ ਗੁਰ ਗਿਆਨ ਵਿਚਾਰ। ਕਹਿੰਦੇ ਗੁਰੂ ਨੇ ਉਸ ਜੀਵ ਦੇ ਆਲੇ ਦੁਆਲੇ ਧਰਮ ਦੀ ਵਾੜ ਕਰ ਦਿੱਤੀ, ਉਹ ਨਾਮ ਦੀ ਕਮਾਈ ਵਿੱਚ ਲੱਗ ਗਿਆ। ਫਿਰ ਜਿਹੜੇ ਉਹਦੇ ਗਿਆਨ ਇੰਦਰੇ ਨੇ ਉਹਦੇ ਵਸ ਵਿੱਚ ਆ ਗਏ, ਉਹ ਸਾਰੇ ਪਰਮਾਤਮਾ ਦੇ ਨਾਮ ਵਿੱਚ ਲੱਗ ਗਏ। ਕਹਿੰਦੇ ਇਹ ਗੁਰੂ ਨੇ ਜਦੋਂ ਗਿਆਨ ਬਖਸ਼ਿਆ ਫੇਰ ਹੀ ਕਹਿੰਦੇ ਇਹ ਤਬਦੀਲੀ ਹੋਈ ਹੈ। ਨਾਮ ਖੇਤੀ ਬੀਜੋ ਪਾਈ ਮੀਤ, ਸੌਦਾ ਕਰੋ ਗੁਰ ਸੇਵੋ ਨੀਤ। ਕਹਿੰਦੇ ਹੇ ਮੇਰੇ ਮਿੱਤਰ, ਆਪਣੇ ਹਿਰਦੇ ਘਰ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਬੀਜ ਬੀਜੋ। ਕਹਿੰਦੇ ਗੁਰੂ ਦੀ ਦੱਸੀ ਹੋਈ ਸੇਵਾ ਭਗਤੀ ਕਰੋ ਅਤੇ ਨਾਮ ਦਾ ਸੌਦਾ ਖੱਟੋ। ਸਾਤ ਸਹਿਜ ਸੁਖ ਕੇ ਸਭ ਹਾਟ, ਸਾਹਾ ਵਾਪਾਰੀ ਏਕੈ ਥਾਟ। ਫਿਰ ਕਹਿੰਦੇ ਜਦੋਂ ਜੀਵ ਨਾਮ ਦੀ ਕਮਾਈ ਕਰਦੇ ਨੇ, ਫਿਰ ਉਹਦੇ ਅੰਦਰ ਜਿਹੜੇ ਸਾਰੇ ਗਿਆਨ ਇੰਦਰੇ ਨੇ, ਫਿਰ ਇਹ ਕਹਿੰਦੇ ਸਾਰੇ ਸੁੱਖਾਂ ਦੀ ਹੱਟੀਆਂ ਬਣ ਜਾਂਦੀਆਂ ਨੇ, ਸੁੱਖ ਦੇਣ ਵਾਲੀਆਂ ਹੱਟੀਆਂ ਬਣ ਜਾਂਦੀਆਂ ਨੇ। ਫਿਰ ਕੀ ਹੁੰਦਾ? ਕਹਿੰਦੇ ਫਿਰ ਸਾਹਾ ਵੀ ਅਤੇ ਵਪਾਰੀ ਵੀ ਉਹ ਇੱਕ ਜਗ੍ਹਾ 'ਤੇ ਵਸਦੇ ਨੇ। ਅੰਦਰ ਹਿਰਦੇ 'ਚ ਪਰਮਾਤਮਾ ਹੈ। ਜਦੋਂ ਜੀਵ ਨੇ ਨਾਮ ਦਾ ਵਪਾਰ ਕੀਤਾ ਤਾਂ ਉਹ ਉਸ ਜਗ੍ਹਾ ਨੂੰ ਲੱਭ ਲੈਂਦੇ ਨੇ ਜਿੱਥੇ ਪਰਮੇਸ਼ਰ ਹੈ। ਹਿਰਦੇ ਘਰ ਵਿੱਚ ਹੀ ਪਰਮਾਤਮਾ ਨੂੰ ਪਾ ਲੈਂਦੇ ਨੇ, ਫਿਰ ਇੱਕ ਹੀ ਜਗ੍ਹਾ 'ਤੇ ਵਸਦੇ ਆ। ਜੇ ਜੀਆ ਡਨ ਕੋ ਲਏ ਨਾ ਜਗਾਤ, ਸਤਿਗੁਰ ਕਰ ਦੀਨੀ ਧੁਰ ਕੀ ਛਾਪ। ਫਿਰ ਕਹਿੰਦੇ ਨੇ ਵੀ ਜਿਨ੍ਹਾਂ ਕੋਲ ਤਾਂ ਵਿਕਾਰ ਨੇ ਉਹਨਾਂ ਨੂੰ ਤਾਂ ਜਮ ਦਾ ਡਰ ਹੈ। ਠੀਕ ਹੈ ਨਾ। ਜਦੋਂ ਸਤਿਗੁਰ ਨੇ ਜੀਵ ਨੂੰ ਨਾਮ ਦੀ ਦਾਤ ਦਿੱਤੀ,
ਫਿਰ ਉਹਨਾਂ ਨੂੰ ਇਹ ਕਰ ਕਹਿੰਦੇ ਟੈਕਸ ਨਹੀਂ ਦੇਣਾ ਪੈਂਦਾ ਜੰਮ ਨੂੰ, ਨਾ ਉਹਨਾਂ ਨੂੰ ਵਿਕਾਰ ਤੰਗ ਕਰਦੇ ਨੇ। ਨਾਮ ਦੀ ਕਮਾਈ ਦੀ ਉੱਥੇ ਉਹਨਾਂ ਕੋਲ ਛਾਪ ਹੁੰਦੀ ਆ। ਵਖਰ ਨਾਮ ਲੱਦ ਖੇਪ ਚਲਾਵੋ, ਲੈ ਲਾਹਾ ਗੁਰਮੁਖ ਘਰ ਆਵੋ। ਕਹਿੰਦੇ ਹੇ ਜੀਵ, ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦੇ ਨਾਮ ਦਾ ਸੌਦਾ ਖੱਟ ਕੇ ਆਪਣੇ ਘਰ ਜਾ। ਸਤਿਗੁਰ ਸਾਹਾ ਸਿੱਖ ਬਣ ਜਾਰੇ, ਪੂੰਜੀ ਨਾਮ ਲੇਖਾ ਸਾਚ ਸਮਾਰੇ। ਕਹਿੰਦੇ ਨਾਮ ਰੂਪੀ ਸੌਦਾ ਦੇਣ ਵਾਲਾ ਸਤਿਗੁਰ ਸੱਚਾ ਸਾਹ ਹੈ ਤੇ ਸਿੱਖ ਵਣਜ ਕਰਨ ਵਾਲੇ ਨੇ ਨਾਮ ਦਾ। ਫਿਰ ਕਹਿੰਦੇ ਇਸ ਨਾਮ ਦੀ ਪੂੰਜੀ ਦਾ ਲੇਖਾ ਆਪਣੇ ਅੰਦਰ ਹਿਰਦੇ 'ਚ ਲਿਖਾਉਂਦੇ ਨੇ, ਸੰਭਾਲ ਕੇ ਰੱਖਦੇ ਨੇ। ਸੋ ਵਸੈ ਇਤ ਘਰ ਜਿਸ ਗੁਰ ਪੂਰਾ ਸੇਵ, ਅਬ ਚਲ ਨਗਰੀ ਨਾਨਕ ਦੇਵ। ਫਿਰ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੇ ਗੁਰੂ ਦੇ ਦੱਸੀ ਹੋਈ ਨਾਮ ਦੀ ਕਮਾਈ ਕਰ ਲਈ, ਉਸ ਪਰਮੇਸ਼ਰ ਨਾਲ ਸਾਂਝ ਪਾ ਲਈ, ਕਹਿੰਦੇ ਉਹ ਫਿਰ ਅਬਚਲ ਨਗਰੀ ਦੇ ਵਾਸੀ ਹੋ ਗਏ। ਉਸ ਨਗਰੀ ਦੇ ਵਾਸੀ ਜਿਸ ਨਗਰੀ ਦਾ ਕਦੇ ਖਾਤਮਾ ਨਹੀਂ ਹੁੰਦਾ। ਪਰਮਾਤਮਾ ਅਵਿਨਾਸ਼ੀ ਹੈ, ਉਹਦੇ ਚਰਨਾਂ 'ਚ ਜਿਸ ਜੀਵ ਦਾ ਟਿਕਾਣਾ ਹੋ ਗਿਆ, ਉਹਨੇ ਵੀ ਅਟੱਲ ਟਿਕਾਣਾ ਪ੍ਰਾਪਤ ਕਰ ਲਿਆ ਪਰਮੇਸ਼ਰ ਦੇ ਚਰਨਾਂ ਵਿੱਚ। ਆਸਾਵਰੀ ਮਹੱਲਾ ਪੰਜਵਾਂ। ਘਰ ਤੀਜਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਮੇਰੇ ਮਨ ਹਰਿ ਸਿਉ ਲਾਗੀ ਪ੍ਰੀਤ, ਸਾਧ ਸੰਗ ਹਰਿ ਹਰਿ ਜਪਤ, ਨਿਰਮਲ ਸਾਚੀ ਰੀਤ ਰਹਾਓ। ਹਾਂਜੀ ਸੰਗਤ ਜੀ, ਪੰਚਮ ਪਾਤਸ਼ਾਹ ਕਹਿੰਦੇ ਨੇ ਕਿ ਮੇਰੇ ਮਨ ਨੂੰ ਉਸ ਪਰਮੇਸ਼ਰ ਦੇ ਨਾਲ ਪ੍ਰੇਮ ਹੋ ਗਿਆ। ਫਿਰ ਕਹਿੰਦੇ ਜਦੋਂ ਹੁਣ ਪ੍ਰੇਮ ਪੈ ਗਿਆ ਪਰਮੇਸ਼ਰ ਦੇ ਨਾਲ, ਫਿਰ ਕਹਿੰਦੇ ਮੇਰੇ ਜੀਵਨ ਦੀ ਜਿਹੜੀ ਰੀਤ ਆ ਉਹ ਇਹ ਬਣ ਗਈ ਕਿ ਸਾਧ ਸੰਗਤ ਦੇ ਵਿੱਚ, ਗੁਰੂ ਦੀ ਸ਼ਰਨ ਦੇ ਵਿੱਚ ਹਰ ਵਕਤ ਉਸ ਪਰਮਾਤਮਾ ਦਾ ਨਾਮ ਜਪਦਾ ਮੈਂ। ਦਰਸ਼ਨ ਕੀ ਪਿਆਸ ਕਣੀ, ਚਿਤਵਤ ਅਨੇਕ ਪ੍ਰਕਾਰ, ਕਰੋ ਅਨੁਗ੍ਰਹਿ ਪਾਰ ਬ੍ਰਹਮ ਹਰ, ਕਿਰਪਾ ਤਾਰ ਮੁਰਾਰ। ਕਹਿੰਦੇ ਹੇ ਪਰਮੇਸ਼ਰ ਜੀ, ਆਪ ਦੇ ਗੁਣਾਂ ਨੂੰ ਦੇਖ ਕੇ, ਆਪ ਦਾ ਨਾਮ ਜਪ ਕੇ ਮੇਰੇ ਮਨ ਦੇ ਵਿੱਚ ਹੁਣ ਆਪ ਦੇ ਦਰਸ਼ਨਾਂ ਦੇ ਲਈ ਬੜੀ ਤਾਂਘ ਹੈ। ਕਹਿੰਦੇ ਹੁਣ ਤੁਸੀਂ ਆਪ ਕਿਰਪਾ ਕਰਕੇ ਦਰਸ਼ਨ ਦਿਓ, ਕਹਿੰਦੇ ਕਿਰਪਾ ਕਰੋ। ਕਹਿੰਦੇ ਮਨ ਪਰਦੇਸੀ ਆਇਆ, ਮਿਲਿਓ ਸਾਧ ਕੈ ਸੰਗ, ਜਿਸ ਵਖਰ ਕੋ ਚਾਹਤਾ, ਸੋ ਪਾਇਓ ਨਾਮੈ ਰੰਗ। ਕਹਿੰਦੇ ਮਨ ਮੇਰਾ ਪਰਦੇਸੀ ਆ। ਪਰਦੇਸੀ ਇਸ ਕਰਕੇ ਕਿ ਵੀ ਪਤਾ ਨਹੀਂ ਕਿੰਨੇ ਕਿੰਨੇ ਜਨਮਾਂ 'ਚੋਂ ਕਹਿੰਦੇ ਅਸੀਂ ਆਏ ਹਾਂ। ਹੁਣ ਕਹਿੰਦੇ ਕੀ ਹੋਇਆ ਵੀ ਜਿਹੜਾ ਪਰਦੇਸੀ ਮਨ ਆ ਉਹ ਸਾਧੂ ਦੀ ਸੰਗਤ ਦੇ ਵਿੱਚ ਟਿਕ ਗਿਆ। ਕਹਿੰਦੇ ਹੁਣ ਕਹਿੰਦੇ ਜਿਸ ਸੌਦੇ ਨੂੰ ਭਾਲਦਾ ਸੀਗਾ, ਉਹ ਸੌਦਾ ਕਹਿੰਦੇ ਹੁਣ ਮਨ ਲੈਣ ਲਈ ਰਾਜੀ ਹੋ ਗਿਆ। ਉਸ ਸੌਦੇ ਲਈ ਰਾਜੀ ਕਿਵੇਂ ਹੋਇਆ? ਨਾਮ ਦਾ ਰੰਗ ਚੜਿਆ, ਨਾਮ ਦੀ ਕਮਾਈ ਕੀਤੀ, ਨਾਮ ਦਾ ਰੰਗ ਚੜਿਆ। ਹੁਣ ਕਹਿੰਦੇ ਮਨ ਟਿਕ ਗਿਆ, ਹੁਣ ਪਰਮੇਸ਼ਰ ਦੀ ਦੀਦਾਰ ਦੀ ਤਾਂਘ ਵਿੱਚ ਆ। ਜੇਤੇ ਮਾਇਆ ਰੰਗ ਰਸ, ਬਿਨਸ ਜਾਹੇ ਖਿਨ ਮਾਹੇ, ਭਗਤ ਰਤੇ ਤੇਰੇ ਨਾਮ ਸਿਉ, ਸੁਖ ਪੁੰਚੈ ਸਭ ਠਾਏ। ਜਿਹੜੇ ਕਹਿੰਦੇ ਮਾਇਆ ਦੇ ਰੰਗ ਨੇ ਥੋੜ ਚਿਰੇ ਨੇ, ਸਭ ਸੰਸਾਰਕ ਪਦਾਰਥ ਥੋੜ ਚਿਰੇ ਨੇ, ਬਹੁਤ ਛੇਤੀ ਖਤਮ ਹੋਣ ਵਾਲੇ ਨੇ। ਉਹ ਜਦੋਂ ਖਤਮ ਹੋਏ ਤਾਂ ਜੀਵ ਦੁਖੀ ਹੋ ਗਿਆ। ਪਰ ਕਹਿੰਦੇ ਜਿਹੜੇ ਤੇਰੇ ਭਗਤ ਨੇ ਉਹ ਤੇਰੇ ਨਾਮ ਰੰਗ ਵਿੱਚ ਰੰਗੇ ਹੋਏ ਨੇ। ਜੋ ਨਾਮ ਰੰਗ ਵਿੱਚ ਰੰਗਿਆ ਹੋਇਆ ਨਾ, ਉਹਨੂੰ ਹਰ ਇੱਕ ਜਗ੍ਹਾ 'ਤੇ ਹੀ ਸੁੱਖ ਹੈ, ਲੋਕ ਵਿੱਚ ਵੀ ਅਤੇ ਪਰਲੋਕ ਵਿੱਚ ਵੀ। ਸਭ ਜਗ ਚਲ ਤੋ ਪੇਖੀਐ, ਨਿਹਚਲ ਹਰ ਕੋ ਨਾਉ, ਕਰ ਮਿਤਰਾਈ ਸਾਧ ਸਿਉ, ਨਿਹਚਲ ਪਾਵੈ ਠਾਉ। ਕਹਿੰਦੇ ਜਗਤ ਵਿੱਚ ਸਭ ਕੁਛ ਚੱਲਣਹਾਰ ਆ,
ਜੋ ਰਹਿਣ ਵਾਲੀ ਚੀਜ਼ ਹੈ ਉਹ ਸਿਰਫ ਉਸ ਪਰਮੇਸ਼ਰ ਦਾ ਨਾਮ। ਫਿਰ ਕਹਿੰਦੇ ਗੁਰੂ ਦੇ ਨਾਲ ਕਹਿੰਦੇ ਮਿੱਤਰਤਾ ਪਾਓ, ਉੱਥੋਂ ਫਿਰ ਨਾਮ ਮਿਲੇ ਤਾਂ ਫਿਰ ਪਰਮੇਸ਼ਰ ਦੇ ਚਰਨਾਂ ਵਿੱਚ ਸਦਾ ਲਈ ਕਹਿੰਦੇ ਠਿਕਾਣਾ ਬਣ ਜਾਏ। ਮੀਤ ਸਾਜਨ ਸੁਤ ਬੰਧ ਪਾ, ਕੋਊ ਹੋਤ ਨ ਸਾਥ, ਏਕ ਨਿਵਾਹੂ ਰਾਮ ਨਾਮ, ਦੀਨਾ ਕਾ ਪ੍ਰਭਨਾਥ। ਕਹਿੰਦੇ ਸੰਸਾਰਕ ਸਾਰੇ ਮਿੱਤਰ ਸੱਜਣ ਪੁੱਤਰ ਰਿਸ਼ਤੇਦਾਰ ਕੋਈ ਸਦਾ ਦਾ ਸਾਥੀ ਨਹੀਂ ਹੈ। ਸਦਾ ਦਾ ਸਾਥੀ ਹੈ ਇੱਕ ਉਸ ਪਰਮੇਸ਼ਰ ਦਾ ਨਾਮ ਜੋ ਸਾਡੇ ਗਰੀਬਾਂ ਦੇ ਨਾਲ ਸਦਾ ਤੱਕ ਨਿਭਣ ਵਾਲਾ ਹੈ। ਕਹਿੰਦੇ ਚਰਨ ਕਮਲ ਬੋਹਿਤ ਪਏ, ਲਗ ਸਾਗਰ ਤਰਿਓ ਤੇ, ਭੇਟਿਓ ਪੂਰਾ ਸਤਿਗੁਰੂ, ਸਾਚਾ ਪ੍ਰਭ ਸਿਉ ਨੇਹ। ਕਹਿੰਦੇ ਜਿਸ ਜੀਵ ਨੂੰ ਕਹਿੰਦੇ ਸਤਿਗੁਰ ਦੇ ਕਹਿੰਦੇ ਸ਼ਰਨ ਮਿਲ ਗਈ ਆ, ਉਹਦੇ ਲਈ ਕਹਿੰਦੇ ਇਹ ਜਹਾਜ਼ ਬਣ ਗਿਆ। ਕਹਿੰਦੇ ਇਸ ਸੰਸਾਰ ਸਾਗਰ ਨੂੰ ਤਰਨ ਦੇ ਲਈ ਸਤਿਗੁਰ ਦੀ ਸ਼ਰਨ। ਕਹਿੰਦੇ ਫਿਰ ਜਿਸ ਨੇ ਸਤਿਗੁਰ ਦਾ ਮਿਲਾਪ ਕਰ ਲਿਆ ਉਹਨੂੰ ਫਿਰ ਕਹਿੰਦੇ ਪਰਮੇਸ਼ਰ ਦੇ ਨਾਲ ਪ੍ਰੇਮ ਪੈ ਜਾਂਦਾ। ਸਾਧ ਤੇਰੇ ਕੀ ਜਾਚਨਾ, ਵਿਸਰ ਨ ਸਾਸ ਗਿਰਾਸ, ਜੋ ਤੁਧ ਪਾਵੈ ਸੋ ਭਲਾ, ਤੇਰੇ ਪਾਣੈ ਕਾਰਜ ਰਾਸ। ਕਹਿੰਦੇ ਹੇ ਪਰਮੇਸ਼ਰ ਜੀ, ਤੇਰੇ ਚਰਨਾਂ ਵਿੱਚ ਬੇਨਤੀ ਆ ਕਿ ਤੇਰਾ ਨਾਮ ਕਹਿੰਦੇ ਸਾਨੂੰ ਕਦੇ ਵੀ ਨਾ ਕਹਿੰਦੇ ਭੁੱਲੇ, ਸਾਸ ਗਿਰਾਸ ਨਾ ਭੁੱਲੇ। ਕਹਿੰਦੇ ਜੋ ਤੈਨੂੰ ਚੰਗਾ ਲੱਗਦਾ ਪਰਮੇਸ਼ਰ ਜੀ ਉਹੀ ਸਾਨੂੰ ਚੰਗਾ ਲੱਗਦਾ। ਤੇਰੇ ਕਹਿੰਦੇ ਰਜ਼ਾ ਦੇ ਵਿੱਚ ਹੀ ਸਾਡੇ ਕਾਰਜ ਰਾਸ ਹੁੰਦੇ ਨੇ। ਜਿਵੇਂ ਤੈਨੂੰ ਸਾਡੇ ਲਈ ਚੰਗਾ ਲੱਗਦਾ ਸਾਨੂੰ ਸਭ ਭਲਾ ਹੈ, ਸਾਨੂੰ ਮਨਜ਼ੂਰ ਹੈ। ਸੁਖ ਸਾਗਰ ਪ੍ਰੀਤਮ ਮਿਲੇ, ਉਪਜੇ ਮਹਾ ਆਨੰਦ, ਕਹੋ ਨਾਨਕ ਸਭ ਦੁੱਖ ਮਿਟੇ, ਪ੍ਰਭ ਭੇਟੇ ਪਰਮਾਨੰਦ। ਜਿਸ ਜੀਵ ਨੂੰ ਕਹਿੰਦੇ ਸੁੱਖਾਂ ਦਾ ਸਾਗਰ ਪਰਮਾਤਮਾ ਮਿਲ ਜਾਂਦਾ, ਉਹਦੇ ਹਿਰਦੇ ਘਰ ਵਿੱਚ ਸਦਾ ਲਈ ਆਨੰਦ ਹੋ ਜਾਂਦਾ। ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੂੰ ਉਸ ਪਰਮੇਸ਼ਰ ਦਾ ਮਿਲਾਪ ਪ੍ਰਾਪਤ ਹੋ ਗਿਆ, ਪਰਮੇਸ਼ਰ ਦੀ ਅਨੁਭਵਤਾ ਹੋ ਗਈ, ਉਹਦੇ ਸਭ ਦੁੱਖ ਮਿਟ ਜਾਂਦੇ ਨੇ। ਕਿਉਂਕਿ ਉਹ ਪਰਮਾਨੰਦ ਜੋ ਆਨੰਦ ਦਾ ਸੋਮਾ ਹੈ, ਜਿਹਦੇ ਕੋਲ ਆਨੰਦ ਕਦੇ ਖਤਮ ਨਹੀਂ ਹੁੰਦਾ, ਜਿਹੜਾ ਉਹਨੂੰ ਮਿਲ ਗਿਆ ਉਹਦਾ ਆਨੰਦ ਵੀ ਕਦੇ ਖਤਮ ਨਹੀਂ ਹੁੰਦਾ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ। ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।